ਸਭ ਤੋਂ ਪਹਿਲਾਂ ਸਾਰਿਆਂ ਦਾ ਬੇਟਾ ਅੱਜ ਦੀ ਕਲਾਸ ਦੇ ਵਿੱਚ ਬਹੁਤ ਵੈਲਕਮ। ਅੱਜ ਆਪਾਂ 10th ਕਲਾਸ ਦਾ ਨੈਸ਼ ਸੈਂਪਲ ਪੇਪਰ 5 ਸਬਜੈਕਟ ਮੈਥਮੈਟਿਕਸ ਨੂੰ ਸੋਲਵ ਕਰਾਂਗੇ। ਔਰ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਹੋਈਆਂ ਉਹ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਉਹ ਸਾਰੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ, ਆਓ ਅੱਜ ਦੀ ਕਲਾਸ। ਪਹਿਲਾ ਸਾਡਾ ਬੇਟਾ ਕੁਐਸਚਨ ਦੇਖੋ ਕੀ ਹੈ। ਫਸਟ ਸਾਡਾ ਕੁਐਸਚਨ ਹੈ ਸਕੁਏਅਰ ਰੂਟ 5 - 3 - 2 ਦੱਸਣਾ ਹੈ। ਜਿਹੜੀ ਇਹ ਸੰਖਿਆ ਸਾਨੂੰ ਦਿੱਤੀ ਹੋਈ ਹੈ ਇਹ ਕਿਹੜੀ ਸੰਖਿਆ, ਇੱਕ ਰੈਸ਼ਨਲ ਨੰਬਰ ਹੈ, ਇੱਕ ਪ੍ਰਮੇय ਸੰਖਿਆ ਹੈ, ਜਾਂ ਇੱਕ ਪ੍ਰਕਿਰਤਿਕ ਸੰਖਿਆ ਹੈ, ਜਾਂ ਇੱਕ ਅਪ੍ਰਮੇय ਸੰਖਿਆ ਹੈ, ਜਾਂ ਇਹ ਸਿਫਰ ਹੈ। ਤਾਂ ਦੇਖੋ ਵੈਲਿਊ ਕੀ ਸੀ ਸਾਡੇ ਕੋਲ, ਸਕੁਏਅਰ ਰੂਟ 5 - 3 - 2। ਇਹ -3 - 2 ਕੀ ਬਣ ਜਾਏਗਾ ਸਾਡੇ ਕੋਲ -5। ਹੁਣ ਦੇਖੋ ਵਰਗਮੂਲ 5 ਹੈ ਜਿਹੜਾ ਸਕੁਏਅਰ ਰੂਟ 5 ਹੈ ਇਹ ਇੱਕ ਅਪਰਿਮੇय ਸੰਖਿਆ ਯਾਨੀ ਇਰਰੈਸ਼ਨਲ ਨੰਬਰ ਹੈ ਸਾਡੇ ਕੋਲ, ਇਹ ਅਪਰਿਮੇय ਸੰਖਿਆ, ਠੀਕ ਹੈ। ਔਰ ਜਿਹੜਾ 5 ਹੈ ਸਾਡੇ ਕੋਲ ਇਹ ਪਰਿਮੇय ਸੰਖਿਆ ਰੈਸ਼ਨਲ ਨੰਬਰ ਹੈ। ਔਰ ਰੈਸ਼ਨਲ ਨੰਬਰ ਔਰ ਇਰਰੈਸ਼ਨਲ ਨੰਬਰ ਦੋਨਾਂ ਨੂੰ ਅਸੀਂ ਜੋੜਦੇ ਜਾਂ ਘਟਾਉਂਦੇ ਹਾਂ, ਜੇ ਉਹ 0 ਨਹੀਂ ਬਣਦੇ ਜਾਂ ਕੈਂਸਲ ਨਹੀਂ ਹੁੰਦੇ ਤਾਂ ਜੇ ਸਾਡੇ ਕੋਲ ਅਪਰਿਮੇय ਸੰਖਿਆ ਬਚ ਰਹੀ ਹੈ, ਕੈਂਸਲ ਨਹੀਂ ਹੋ ਰਹੀ ਕਿਸੇ ਨਾਲ, ਤਾਂ ਜਿਹੜਾ ਪੂਰਾ ਨੰਬਰ ਹੈ ਇਹ ਵੀ ਕੀ ਬਣ ਜਾਏਗਾ ਬੇਟਾ, ਅਪਰਿਮੇय ਸੰਖਿਆ ਹੋ ਜਾਊਗਾ। ਇਹ ਕੀ ਹੈ ਸਾਡੇ ਕੋਲ ਇੱਕ ਇਰਰੈਸ਼ਨਲ ਨੰਬਰ ਹੈ, ਯਾਨੀ ਇਹਦਾ ਆਨਸਰ ਕੀ ਹੈ ਸਾਡਾ ਅਪਰਿਮੇय ਸੰਖਿਆ। ਤਾਂ ਲਾਸਟ ਆਪਸ਼ਨ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਜੇ ਦੋ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਯਾਨੀ HCF 1 ਹੈ, ਦੋ ਨੰਬਰ ਹੈ ਉਹਨਾਂ ਦਾ HCF ਕਿੰਨਾ ਹੈ, 1 ਹੈ, ਤਾਂ ਇਹਨਾਂ ਸੰਖਿਆਵਾਂ ਨੂੰ ਕੀ ਕਿਹਾ ਜਾਊਗਾ। ਜਿਹੜੇ ਸਾਡੇ ਕੋਲ ਇਸ ਤਰ੍ਹਾਂ ਦੇ ਨੰਬਰ ਹੁੰਦੇ ਹੈ ਜਿਨ੍ਹਾਂ ਦਾ HCF 1 ਹੁੰਦਾ ਹੈ, ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਸਾਡੇ ਕੋਲ ਇੱਕ ਨੰਬਰ 3 ਹੈ ਔਰ ਦੂਸਰਾ ਨੰਬਰ ਹੈਗਾ 5, ਤਾਂ 3 ਤੇ 5 ਦੋਨੋਂ ਇਸ ਤਰ੍ਹਾਂ ਦੇ ਨੰਬਰ ਹੈ ਜਿਨ੍ਹਾਂ ਦਾ HCF ਕਿੰਨਾ ਹੈ, 1 ਹੈ, ਕਿਉਂਕਿ 3 ਨੂੰ ਕੀ ਲਿਖ ਸਕਦੇ ਆਪਾਂ 3 × 1 ਔਰ 5 ਨੂੰ ਕੀ ਲਿਖ ਸਕਦੇ ਹਾਂ 5 × 1, ਹੋਰ ਇਹਦੇ ਕੋਈ ਫੈਕਟਰ ਨਹੀਂ ਬਣਦੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਖਿਆਵਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਹੋਰ ਸਾਂਝਾ ਗੁਣਨਖੰਡ ਨਹੀਂ ਹੁੰਦਾ ਇੱਕ ਤੋਂ ਇਲਾਵਾ, 1 ਤਾਂ ਸਾਰਿਆਂ ਦਾ ਕੋਮਨ ਫੈਕਟਰ ਹੁੰਦਾ ਹੀ ਹੁੰਦਾ, ਠੀਕ ਹੈ। 1 ਤੋਂ ਇਲਾਵਾ, ਇੱਕ ਤੋਂ ਇਲਾਵਾ ਜੇ ਕੋਈ ਹੋਰ ਸਾਂਝਾ ਗੁਣਨਖੰਡ ਨਹੀਂ ਹੁੰਦਾ, ਇਸ ਤਰ੍ਹਾਂ ਦੇ ਜਿਹੜੇ ਨੰਬਰ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਸਹਿ ਅਭਾਜ ਸੰਖਿਆਵਾਂ ਬੋਲਦੇ ਹਾਂ, ਕੋ ਪ੍ਰਾਈਮ ਨੰਬਰ। ਜਿਵੇਂ 6 ਔਰ 7 ਵੀ ਹੋ ਸਕਦੇ ਸੀ। 6 ਦੇ ਜਿਹੜੇ ਫੈਕਟਰ ਹੋਣਗੇ ਕੀ ਹੋਣਗੇ 2 × 3 ਔਰ 7 ਦੇ ਫੈਕਟਰ ਕੀ ਹੋਣਗੇ 7 × 1, ਤਾਂ 3 × 1 ਵੀ ਲਿਖ ਸਕਦੇ ਇਹਨੂੰ ਆਪਾਂ। ਤਾਂ ਜਾਨੀ ਇੱਥੇ ਜਿਹੜਾ ਕੋਮਨ ਫੈਕਟਰ ਹੈ ਸਾਡੇ ਕੋਲ 1 ਹੀ ਮਿਲ ਸਕਦਾ, ਹੋਰ ਕੋਈ ਨਹੀਂ ਮਿਲ ਸਕਦਾ। ਤਾਂ ਇਸ ਤਰ੍ਹਾਂ ਦੇ ਜਿਹੜੇ ਨੰਬਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਮਨ ਫੈਕਟਰ ਸਿਰਫ 1 ਹੀ ਹੁੰਦਾ ਹੈ, ਯਾਨੀ ਮਹੱਤਮ ਸਮਾਪਵਰਤਕ 1 ਹੁੰਦਾ ਉਹਨਾਂ ਦਾ, 1 ਹੁੰਦਾ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਨੰਬਰ ਹੁੰਦੇ ਉਹ ਕਿਹੜੇ ਨੰਬਰ ਹੁੰਦੇ ਆ, ਕੋ ਪ੍ਰਾਈਮ ਨੰਬਰ। ਅੱਗੇ ਨੈਕਸਟ ਚੱਲਦੇ ਹਾਂ, ਅਗਲਾ ਕੁਐਸਚਨ ਬੇਟਾ। ਥਰਡ ਕੁਐਸਚਨ ਦੇਖੋ ਸਾਡੇ ਕੋਲ ਹੈ, ਇੱਕ ਵਾਸਤਵਿਕ ਸੰਖਿਆ A ਨੂੰ ਬਹੁਪਦ fx ਦਾ 0 ਕਿਹਾ ਜਾਂਦਾ ਹੈ, ਮਤਲਬ ਸਿਫਰ ਕਿਹਾ ਜਾਂਦਾ ਹੈ, ਠੀਕ ਹੈ। ਜੇਕਰ ਦੇਖੋ ਮੰਨ ਲਓ x = ਕੋਈ A ਵੈਲਿਊ ਹੈ ਸਾਡੇ ਕੋਲੇ, ਉਹ ਕਿਸੇ ਬਹੁਪਦ ਦੇ fx ਦੀ ਇੱਕ ਸਿਫਰ ਹੈ, 0 ਇਸ ਦੀ ਇੱਕ ਕੀ ਹੈ, ਸਿਫਰ ਹੈ, ਯਾਨੀ ਇਸ ਦੀ ਕੀ ਹੈ, ਇੱਕ 0 ਹੈ। ਤਾਂ ਜਿਹੜੀ ਇਹ ਵੈਲਿਊ ਜਦੋਂ ਅਸੀਂ ਫੰਕਸ਼ਨ ਦੇ ਵਿੱਚ ਪੁੱਟ ਕਰਾਂਗੇ, ਇਹਦੇ ਵਿੱਚ ਇਸ ਬਹੁਪਦ ਦੇ ਵਿੱਚ ਭਰਾਂਗੇ ਤਾਂ ਉਹਦੀ ਵੈਲਿਊ ਕਾਹਦੇ ਬਰਾਬਰ ਆਊਗੀ, 0 ਦੀ, ਕਿਉਂਕਿ 0 ਜਿਹੜੀ ਹੁੰਦੀ ਹੈ ਕਿਸੇ ਬਹੁਪਦ ਦੀ, ਜਦੋਂ ਆਪਾਂ ਉਸ ਬਹੁਪਦ ਦੇ ਵਿੱਚ ਭਰਦੇ ਹਾਂ ਤਾਂ ਉਸਦੇ ਮੁੱਲ ਨੂੰ ਕੀ ਬਣਾ ਦਿੰਦੀ ਹੈ, ਉਹ 0 ਬਣਾ ਦਿੰਦੀ ਹੈ। ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਦੇਖੋ ਮੰਨ ਲਓ x = 2 ਇੱਕ ਬਹੁਪਦ ਹੈ ਸਾਡੇ ਕੋਲੇ, ਬਹੁਪਦ ਕੀ ਹੈ ਸਾਡੇ ਕੋਲੇ x - 2, ਇਹਦੀ ਸਿਫਰ ਹੈ ਇਹ। ਜਦੋਂ ਆਪਾਂ ਇੱਥੇ x ਦੀ ਵੈਲਿਊ 2 ਪੁੱਟ ਕਰਾਂਗੇ ਤਾਂ 2 - 2 ਕਿੰਨਾ ਆ ਜਾਊਗਾ, 0 ਆ ਜਾਊਗਾ। ਤਾਂ ਜਿਹੜੀ ਸਿਫਰ ਹੁੰਦੀ ਹੈ ਜਦੋਂ ਉਸ ਬਹੁਪਦ ਦੇ ਵਿੱਚ ਭਰੀ ਜਾਂਦੀ ਹੈ ਉਸਦੀ ਵੈਲਿਊ, ਤਾਂ ਪੂਰੇ ਬਹੁਪਦ ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਕਿਸ ਦੇ ਇਕੁਅਲ ਹੋ ਜਾਂਦੀ ਹੈ, 0 ਦੇ। ਤਾਂ ਸਾਡਾ ਥਰਡ ਆਪਸ਼ਨ ਕੀ ਹੈ, ਇਹਦਾ ਰਾਈਟ ਆਨਸਰ ਹੈ। ਅਗਲਾ ਕੁਐਸਚਨ ਦੇਖੋ ਬੇਟਾ, ਸਕਰੀਨਸ਼ਾਟ ਲੈ ਲਿਆ ਕਰੋ ਬੇਟਾ। ਜਿਹੜਾ ਕੁਐਸਚਨ ਤੁਹਾਨੂੰ ਦਿੱਕਤ ਲੱਗਦੀ ਹੈ, ਟਫ ਲੱਗਦਾ ਥੋੜ੍ਹਾ ਜਿਹਾ, ਉਹਨੂੰ ਦੁਬਾਰਾ ਤੁਸੀਂ ਕਾਪੀ ਦੇ ਉੱਪਰ ਨੋਟ ਕਰਕੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਕਿ ਵੀ ਤੁਸੀਂ ਜਿਹੜੇ ਕਨਸੈਪਟ ਆ ਉਹ ਬਰੀਕੀ ਨਾਲ ਸਿੱਖ ਸਕੋ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਅੱਗੇ ਕੀ ਕਿਹਾ ਹੋਇਆ ਸਾਨੂੰ ਚੌਥੇ ਕੁਐਸਚਨ ਦੇ ਵਿੱਚ, ਜੇ ਅਲਫਾ ਬੀਟਾ ਸਾਡੇ ਕੋਲੇ ਦੋ ਵੈਲਿਊਜ਼ ਨੇ, ਉਹ ਬਹੁਪਦ fx ਦੀਆਂ ਸਿਫਰਾਂ ਹਨ। ਮਤਲਬ ਕੀ ਹੈ, ਅਲਫਾ ਇੱਕ ਪਹਿਲੀ ਸਿਫਰ ਹੈ ਔਰ ਬੀਟਾ ਦੂਸਰੀ ਸਿਫਰ ਹੈ, ਯਾਨੀ ਇਹ ਦੋ x ਦੀਆਂ ਵੈਲਿਊਜ਼ ਨੇ। ਕਿਉਂਕਿ ਜਿਹੜੀ 2 ਘਾਤੀ ਸਾਡੇ ਕੋਲੇ ਸਮੀਕਰਨ ਹੁੰਦੀ ਹੈ
ਉਹਦੀਆਂ ਦੋ ਸਿਫਰਾਂ ਹੁੰਦੀਆਂ, ਜਾਂ ਤਾਂ ਉਹਦੀ ਇੱਕ ਸਿਫਰ ਸਾਡੇ ਕੋਲੇ ਮੰਨ ਲੈਂਦੇ x1 ਹੁੰਦੀ ਹੈ ਜਾਂ x2, ਕੁਛ ਵੀ ਕਹਿ ਸਕਦੇ ਨਾ ਆਪਾਂ। ਇੱਕ ਤਰ੍ਹਾਂ ਦੇ ਇਹ ਨਾਮ ਦਿੱਤੇ ਹੋਏ ਹੈ। ਪਹਿਲੀ ਜਿਹੜੀ ਸਿਫਰ ਆ ਉਹ ਅਲਫਾ ਔਰ ਦੂਸਰੀ ਸਿਫਰ ਕੀ ਹੈ ਸਾਡੇ ਕੋਲੇ ਬੀਟਾ। ਹੁਣ ਪੁੱਛਿਆ ਕੀ ਹੋਇਆ, ਸਾਨੂੰ ਪੁੱਛਿਆ ਹੋਇਆ ਕੁਐਸਚਨ ਦੇ ਵਿੱਚ ਅਲਫਾ ਔਰ ਬੀਟਾ ਦੀ ਮਲਟੀਪਲਾਈ ਪੁੱਛਿਆ ਹੋਇਆ। ਕਹਿਣ ਦਾ ਮਤਲਬ ਕੀ ਹੈ, ਸਾਨੂੰ ਸਿਫਰਾਂ ਦਾ ਗੁਣਨਫਲ ਪੁੱਛਿਆ ਹੋਇਆ, ਸਿਫਰਾਂ ਦਾ ਗੁਣਨਫਲ, ਕਿਉਂਕਿ ਦੋਨਾਂ ਅਲਫਾ ਤੇ ਬੀਟਾ ਕੀ ਸੀ, ਸਿਫਰਾਂ ਸੀਗੀਆਂ, ਠੀਕ ਹੈ। ਔਰ ਸਾਨੂੰ ਉਹਨਾਂ ਦੀ ਗੁਣਾ ਪੁੱਛੀ ਹੋਈ, ਯਾਨੀ ਸਿਫਰਾਂ ਦਾ ਗੁਣਨਫਲ ਪੁੱਛਿਆ ਹੋਇਆ। ਤਾਂ ਸਿਫਰਾਂ ਦਾ ਜਿਹੜਾ ਗੁਣਨਫਲ ਹੁੰਦਾ ਹੈ, ਪ੍ਰੋਡਕਟ ਆਫ ਰੂਟਸ ਹੁੰਦਾ, ਉਹ ਕੀ ਹੁੰਦਾ ਸਾਡੇ ਕੋਲੇ c/a। ਇਹ ਸਾਡੇ ਕੋਲੇ ਅਸੀਂ ਪੜ੍ਹਿਆ ਹੋਇਆ ਹੈਗਾ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ। -b/a ਕੀ ਹੁੰਦਾ ਹੈ, ਸਿਫਰਾਂ ਦਾ ਜੋੜ ਹੁੰਦਾ ਹੈ। ਔਰ c/a ਕੀ ਹੁੰਦਾ, ਸਿਫਰਾਂ ਦਾ ਗੁਣਨਫਲ ਹੁੰਦਾ ਹੈ। c ਕੀ ਹੁੰਦਾ ਸਾਡੇ ਕੋਲੇ ਕੌਨਸਟੈਂਟ ਟਰਮ ਬਿਨਾ x ਵਾਲੀ, ਕਿੰਨੀ ਹੈ ਸਾਡੇ ਕੋਲੇ 8 ਬਟਾ a ਕੀ ਹੁੰਦਾ ਹੈ x ਸਕੁਅਰ ਦਾ ਕੋਫੀਸ਼ੀਐਂਟ, x ਸਕੁਅਰ ਦੇ ਦਾ ਕੋਫੀਸ਼ੀਐਂਟ ਕੀ ਹੈ ਸਾਡੇ ਕੋਲ ਇੱਥੇ 1, ਕਿਉਂਕਿ ਸਾਡੀ ਕੁਆਡਰੇਟਿਕ ਇਕੁਏਸ਼ਨ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸੀ। ਆ ਜਿਹੜੀ ਵੈਲਿਊ ਹੈ c ਦੀ ਵੈਲਿਊ ਹੈ, ਜਿਹੜੀ x ਸਕੁਅਰ ਦਾ ਕੋਫੀਸ਼ੀਐਂਟ ਹੁੰਦਾ ਇਹ ਸਾਡੀ a ਵੈਲਿਊ ਹੁੰਦੀ ਹੈ, ਤਾਂ 1 ਆ ਗਿਆ। ਤਾਂ ਆਨਸਰ ਕਿੰਨਾ ਆਇਆ 8/1 ਕਿੰਨਾ ਆ ਗਿਆ 8। ਤਾਂ ਲਾਸਟ ਆਪਸ਼ਨ ਸਾਡਾ ਕੀ ਹੈ ਰਾਈਟ ਆਨਸਰ। ਅੱਗੇ ਚੱਲਦੇ ਹਾਂ ਬੇਟਾ, ਨੈਕਸਟ ਕੁਐਸਚਨ ਦੇਖੋ। ਸਮੀਕਰਨਾਂ ਦੀ ਜੋੜੀ, ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਈਆਂ y ਬਰਾਬਰ 0, ਇੱਕ ਹੈ ਸਾਡੇ ਕੋਲੇ y ਬਰਾਬਰ -7 ਦਾ ਜਿਹੜਾ ਅਲੇਖ ਹੈ ਉਹ ਅਸੀਂ ਦੱਸਣਾ ਹੈ, ਦਾ ਉਹਦਾ ਸੋਲੂਸ਼ਨ ਹੈ ਉਹ ਕੀ ਹੈਗਾ। ਤਾਂ ਪਹਿਲਾ ਸਾਡੇ ਕੋਲ ਆਪਸ਼ਨ ਦੇਖੋ, ਇੱਕ ਵਿਲੱਖਣ ਹੱਲ ਹੋਵੇਗਾ, ਦੂਸਰਾ ਹੈਗਾ ਦੋ ਹੱਲ ਹੋਣਗੇ, ਤੀਸਰਾ ਅਨੰਤ ਹੱਲ ਹੋਣਗੇ, ਚੌਥਾ ਹੈ ਕੋਈ ਸੋਲੂਸ਼ਨ ਨਹੀਂ ਹੋਊਗਾ, ਨੋ ਸੋਲੂਸ਼ਨ ਹੈ। ਤਾਂ ਹੁਣ ਇਹਦਾ ਕਿਵੇਂ ਕਰਨਾ ਇਸ ਕੁਐਸਚਨ ਨੂੰ, ਦੇਖੋ ਇੱਕ ਆਪਾਂ ਛੋਟਾ ਜਿਹਾ ਬੇਟਾ ਡਾਇਗਰਾਮ ਬਣਾਉਣੇ ਹੈ। ਅਸੀਂ ਪਹਿਲਾਂ ਪੜ੍ਹਿਆ ਹੋਇਆ, ਦੇਖੋ ਇੱਕ ਸਾਡੇ ਕੋਲੇ ਹੈਗਾ x ਐਕਸਿਸ, x ਤੁਰਾ, ਇਹ ਪਹਿਲਾਂ ਵੀ ਆਪਾਂ ਕਾਫੀ ਵਾਰ ਕਰ ਚੁੱਕੇ ਹਾਂ, XO x ਡੈਸ਼, ਇਹ ਸਾਡੇ ਕੋਲ x ਤੁਰਾ ਹੈ, ਔਰ YO y ਡੈਸ਼, ਇਹ ਸਾਡੇ ਕੋਲੇ y ਤੁਰਾ ਹੈ। ਜਿਹੜੀ y ਬਰਾਬਰ 0 ਸਮੀਕਰਨ ਹੁੰਦੀ ਹੈ ਬੇਟਾ, ਉਹ x ਤੁਰੇ ਦੀ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ, x ਐਕਸਿਸ ਦੀ ਇਕੁਏਸ਼ਨ ਕੀ ਹੁੰਦੀ ਹੈ y = 0। ਜਿਹੜੀ ਆ ਸਾਡੇ ਕੋਲੇ ਲਾਈਨ ਹੈ, ਇਹ ਸਾਡੇ ਕੋਲੇ ਕਿਹੜੀ ਲਾਈਨ ਹੈ y = 0। ਇਸੇ ਤਰ੍ਹਾਂ ਹੇਠਾਂ ਇੱਥੇ ਇੱਕ -1 ਹੋਊਗਾ, ਇੱਥੇ -2, ਫਿਰ -3, ਫਿਰ -4, -5, ਉਸ ਤੋਂ ਬਾਅਦ -6 ਹੋਊਗਾ। ਇਸ ਤਰੀਕੇ ਨਾਲ ਵੈਲਿਊਜ਼ ਕਾਊਂਟ ਹੁੰਦੀਆਂ ਜਾਣਗੀਆਂ। ਉਸ ਤੋਂ ਬਾਅਦ ਲਾਸਟ ਇੱਥੇ ਮੰਨ ਲਓ ਇੱਕ ਹੈ -7। ਤਾਂ ਇੱਥੇ ਜਿਹੜੀ ਇਹਦੇ ਪੈਰਲਲ ਲਾਈਨ ਹੋਊਗੀ ਆ ਵਾਲੀ, ਇਹ ਸਾਡੇ ਕੋਲੇ ਕਿਹੜੀ ਲਾਈਨ ਹੈ y = -7। ਇਸੇ ਤਰੀਕੇ ਨਾਲ ਜੇ ਆਪਾਂ ਇੱਥੇ ਕੋਈ ਲਾਈਨ ਡਰਾਅ ਕਰਦੇ -3 ਤੇ, ਤਾਂ ਉਹ ਲਾਈਨ ਕੀ ਹੁੰਦੀ y = -3, ਯਾਨੀ y = ਕੋਈ ਜਿਹੜੀ ਲਾਈਨ ਹੁੰਦੀ ਹੈ ਉਹ x ਐਕਸਿਸ ਦੇ ਪੈਰਲਲ ਹੁੰਦੀ ਹੈ। ਹੁਣ ਸਾਡੇ ਕੋਲੇ ਇੱਕ ਲਾਈਨ ਸੀਗੀ y = 0, ਆਹ ਵਾਲੀ ਲਾਈਨ ਮੈਂ ਜਿਹਦੇ ਉੱਪਰ ਮਾਰਕ ਕੀਤਾ ਹੋਇਆ, ਇੱਕ ਲਾਈਨ ਸਾਡੇ ਕੋਲ ਹੈਗੀ y = -7। ਇਹ ਦੋਨੋਂ ਲਾਈਨਾਂ ਦੇਖੋ ਕੀ ਹੈ ਪੈਰਲਲ ਹੈ, ਸਮਾਂਤਰ ਹੈ। ਦੋਨੋਂ ਲਾਈਨਾਂ ਕੀ ਹੈ ਪੈਰਲਲ ਨੇ, ਸਮਾਂਤਰ ਨੇ। ਜਦੋਂ ਦੋ ਰੇਖਾਵਾਂ ਸਮਾਂਤਰ ਹੁੰਦੀਆਂ ਸਮੀਕਰਨ ਜੋੜੇ ਦੇ ਵਿੱਚ, ਤਾਂ ਉਹ ਕਿਸੇ ਪੁਆਇੰਟ ਤੇ ਨਹੀਂ ਕੱਟਦੀਆਂ, ਕੋਈ ਸਾਂਝਾ ਪੁਆਇੰਟ ਨਹੀਂ ਹੁੰਦਾ। ਇਸ ਕਰਕੇ ਸਮੀਕਰਨ ਜੋੜੇ ਦਾ ਕੀ ਹੁੰਦਾ ਹੈ, ਕੋਈ ਹੱਲ ਨਹੀਂ ਹੁੰਦਾ। ਤਾਂ ਨੋ ਸੋਲੂਸ਼ਨ ਸਾਡਾ ਕੀ ਹੈ ਰਾਈਟ ਆਨਸਰ ਹੈ। ਜਦੋਂ ਇੱਕ ਬਿੰਦੂ ਤੇ ਕੱਟਦੀਆਂ ਤਾਂ ਇੱਕ ਹੱਲ ਹੁੰਦਾ ਹੈ, ਜੇ ਅਨੇਕ ਸੰਪਾਤੀ ਰੇਖਾਵਾਂ ਆ ਜਾਂਦੀਆਂ ਤਾਂ ਅਨੇਕਾਂ ਹੱਲ ਹੁੰਦੇ ਆ। ਜਦੋਂ ਦੋ ਰੇਖਾਵਾਂ ਸਮਾਂਤਰ ਆ ਜਾਂਦੀਆਂ ਗ੍ਰਾਫ ਦੇ ਵਿੱਚ ਤਾਂ ਕੀ ਹੁੰਦਾ ਹੈ ਨੋ ਸੋਲੂਸ਼ਨ, ਕੋਈ ਹੱਲ ਨਹੀਂ ਹੈਗਾ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। K ਦਾ ਮੁੱਲ ਪਤਾ ਕਰੋ ਜਿਸ ਦੇ ਲਈ ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਈਆਂ। ਫਸਟ ਸਾਡੇ ਕੋਲ ਇਕੁਏਸ਼ਨ ਆ ਰਹੀ 2x + 3y = 5, ਉਸ ਤੋਂ ਬਾਅਦ ਹੈ 4x + ky = 10 ਦੇ ਅਨੰਤ ਹੱਲ ਹੋਣਗੇ, ਅਨੇਕਾਂ ਹੱਲ ਹੋਣਗੇ, ਮੈਨੀ ਸੋਲੂਸ਼ਨ ਦੇ। ਤਾਂ ਹੁਣ ਆਪਾਂ ਪਹਿਲਾਂ ਪਹਿਲੀ ਇਕੁਏਸ਼ਨ ਲਿਖ ਲੈਂਦੇ ਹਾਂ। ਦੇਖੋ ਪਹਿਲੀ ਇਕੁਏਸ਼ਨ ਕੀ ਹੈ 2x + 3y, ਇੱਕ ਮਿੰਟ ਇਹ ਥੋੜਾ ਲਿਖਿਆ ਨਹੀਂ ਹੈ, ਦੁਬਾਰਾ ਲਿਖਦੇ ਹਾਂ। 2x + 3y = 5, ਉਸ ਤੋਂ ਬਾਅਦ ਹੈ ਸਾਡੇ ਕੋਲੇ 4x + ky = 10। ਤਾਂ ਪਹਿਲਾਂ ਅਸੀਂ x ਦੇ ਜਿਹੜੇ ਕੋਫੀਸ਼ੀਐਂਟ ਹੈ ਗੁਣਾਂਕ ਹੈ ਉਹਨਾਂ ਨੂੰ ਵੱਟੇ ਕਰਾਂਗੇ, 2/4 ਆ ਗਿਆ। ਫਿਰ ਅਸੀਂ ਜਿਹੜੇ y ਦੇ ਗੁਣਾਂਕ ਹੈ ਉਹਨਾਂ ਨੂੰ ਵੱਟੇ ਕਰਾਂਗੇ, 3/k ਆ ਗਿਆ। ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਬਿਨਾਂ x y ਵਾਲੇ ਯਾਨੀ ਕੌਨਸਟੈਂਟ ਟਰਮ ਹੈ ਉਹਨਾਂ ਦਾ ਅਨੁਪਾਤ ਲਵਾਂਗੇ, ਯਾਨੀ a1/a2 ਕਰ ਲਿਆ, b1/b2 ਕਰ ਲਿਆ, ਔਰ c1/c2। ਜਦੋਂ ਕਿਸੇ ਸਮੀਕਰਨ ਜੋੜੇ ਦੇ ਅਨੰਤ ਹੱਲ ਹੁੰਦੇ ਆ, ਜਿਵੇਂ ਸਾਡੇ ਕੋਲ ਦਿੱਤਾ ਹੋਇਆ ਨਾ ਅਨੰਤ ਹੱਲ ਦੇ ਲਈ ਦੇਖਣਾ ਸੀ ਮੈਨੀ ਸੋਲੂਸ਼ਨ ਹੁੰਦੇ ਆ, ਉਦੋਂ ਇਹ ਤਿੰਨੋਂ ਅਨੁਪਾਤ ਜਿਹੜੇ ਹੁੰਦੇ ਆ ਕੀ ਹੁੰਦੇ ਆ ਬਰਾਬਰ।
ਇਹਨੂੰ ਕੱਟਾਂਗੇ ਅਸੀਂ 2 ਏਕਮ 2, 2 दूनी 4, ਇਹ ਕਿੰਨਾ ਆ ਗਿਆ 1/2, 5 दूनी 10, ਇਹ ਵੀ ਕਿੰਨਾ ਆ ਗਿਆ 1/2। ਦੇਖੋ ਹੁਣ 3/k ਨੂੰ ਕਿਸ ਦੇ ਬਰਾਬਰ ਰੱਖਣਾ ਹੈ 1/2 ਦੇ, ਤਾਂ ਕ੍ਰਾਸ ਮਲਟੀਪਲਾਈ ਕਰ ਦੋ। k ਦੀ 1 ਨਾਲ ਗੁਣਾ ਹੋ ਗਈ, k 3 ਦੀ ਇੱਧਰ ਗੁਣਾ ਹੋ ਗਈ, 3 ਗੁਣਾ 2 ਕਿੰਨਾ ਆ ਗਿਆ 6। ਤਾਂ ਜਦੋਂ k ਦੀ ਵੈਲਿਊ 6 ਹੋਊਗੀ ਇਸ ਸਮੀਕਰਨ ਜੋੜੇ ਦੇ ਅਨੰਤ ਹੱਲ ਹੋਣਗੇ, ਅਨੇਕਾਂ ਹੱਲ ਹੋਣਗੇ। ਤਾਂ ਇਹੀ ਸਾਡਾ ਕੀ ਹੈ ਰਾਈਟ ਆਂਸਰ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਦੂਸਰਾ ਜਿਹੜਾ ਸਾਡੇ ਕੋਲੇ 7th ਕੁਐਸਚਨ ਦੇਖੋ ਕੀ ਹੈ, x² + 4x + k = 0। ਇੱਕ ਸਾਡੇ ਕੋਲੇ ਦੋ ਘਾਤੀ ਸਮੀਕਰਨ ਦਿੱਤੀ ਹੋਈ ਹੈ। ਸਾਨੂੰ ਕੀ ਕਿਹਾ ਹੋਏਗਾ k ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ, ਜਿਸ ਦੇ ਲਈ ਇਸ ਸਮੀਕਰਨ ਦੇ ਜਿਹੜੇ ਮੂਲ ਹੈ ਉਹ ਵਾਸਤਵਿਕ ਅਤੇ ਵਿਲੱਖਣ ਹੋਣਗੇ। ਵਾਸਤਵਿਕ ਅਤੇ ਵਿਲੱਖਣ ਯਾਨੀ ਪਹਿਲੀ ਗੱਲ ਤਾਂ ਰੀਅਲ ਹੋਣੇ ਚਾਹੀਦੇ ਹੈ, ਵਿਲੱਖਣ ਮਤਲਬ ਡਿਸਟਿੰਕਟ ਹੋਣੇ ਚਾਹੀਦੇ ਹੈ। ਠੀਕ ਹੈ, ਹੁਣ ਇਹ ਕੁਐਸਚਨ ਦੇ ਵਿੱਚ ਇੱਕ ਛੋਟਾ ਜਿਹਾ ਬੇਟਾ ਕਨਸੈਪਟ ਹੈ ਜਿੱਥੇ ਜਾ ਕੇ ਸਟੂਡੈਂਟ ਗਲਤੀ ਕਰਦੇ ਹੈ, ਉਹ ਤੁਹਾਨੂੰ ਮੈਂ ਸਿਖਾਉਣਾ ਹੈਗਾ। ਇੱਕ ਵਾਰ ਮੈਂ ਇਕੁਏਸ਼ਨ ਨੂੰ ਲਿਖ ਲਾਂ। ਇਕੁਏਸ਼ਨ ਦੇਖੋ ਕੀ ਹੈ, x² + 4x + k = 0। ਜੇ ਅਸੀਂ ਦੇਖੀਏ ਜਿਹੜਾ x² ਦਾ ਕੋਐਫੀਸ਼ੀਐਂਟ ਹੈ ਇਹ ਸਾਡਾ a ਹੁੰਦਾ ਹੈ, a ਦੀ ਵੈਲਿਊ 1 ਹੈ, ਔਰ x ਦਾ ਕੋਐਫੀਸ਼ੀਐਂਟ b ਹੁੰਦਾ ਹੈ, b ਦੀ ਵੈਲਿਊ ਕਿੰਨੀ ਹੈ 4, ਔਰ ਬਿਨਾਂ x ਵਾਲੀ ਜਿਹੜੀ ਟਰਮ ਆ ਹੁੰਦੀ ਹੈ c ਕਿੰਨਾ k। ਤਾਂ ਜਿਹੜੀ d ਦੀ ਵੈਲਿਊ ਹੁੰਦੀ, d ਦਾ ਫਾਰਮੂਲਾ ਕੀ ਹੁੰਦਾ b² - 4ac। ਤਾਂ ਇੱਥੇ ਵੈਲਿਊ ਪੁੱਟ ਕਰ ਦਿਓ, 4 ਦਾ ਸਕੁਅਰ ਹੋ ਗਿਆ -4a, a ਕਿੰਨਾ 1 ਔਰ c ਕਿੰਨਾ k। ਤਾਂ ਇੱਥੇ ਜਿਹੜੀ ਸਾਡੀ ਵੈਲਿਊ ਹੈ ਆ ਗਈ 16 - 4k, d ਦੀ ਵੈਲਿਊ ਹੋ ਗਈ। ਜਦੋਂ ਰੀਅਲ ਰੂਟ ਹੁੰਦੇ ਹੈ, ਵਾਸਤਵਿਕ ਮੂਲ ਹੁੰਦੇ ਹੈ, ਵਾਸਤਵਿਕ ਮੂਲ ਦੇ ਲਈ ਕੀ ਹੁੰਦਾ ਹੈਗਾ ਸਾਡਾ ਜਿਹੜਾ d ਦੀ ਵੈਲਿਊ ਹੈ ਉਹ 0 ਤੋਂ ਜਾਂ ਤਾਂ ਵੱਡੀ ਹੁੰਦੀ ਹੈ ਤੇ ਜਾਂ 0 ਦੇ ਬਰਾਬਰ ਹੁੰਦੀ ਹੈ। ਜੇ 0 ਦੇ ਬਰਾਬਰ ਹੋਊਗੀ ਤਾਂ ਮੂਲ ਸਮਾਨ ਹੁੰਦੇ ਆ। ਮੂਲ ਕੀ ਹੁੰਦੇ ਆ ਸਮਾਨ ਹੁੰਦੇ ਆ। ਪਰ ਸਾਨੂੰ ਕੀ ਕਿਹਾ ਹੋਇਆ ਸੀ ਕੁਐਸਚਨ ਦੇ ਵਿੱਚ ਵਿਲੱਖਣ ਹੋਣ, ਤਾਂ ਅਸੀਂ ਇੱਥੇ ਬਰਾਬਰ ਦਾ ਜਿਹੜਾ ਨਿਸ਼ਾਨ ਆ ਉਹ ਨਹੀਂ ਲਵਾਂਗੇ। ਤਾਂ ਸਾਡਾ ਜਿਹੜਾ ਟੌਪ ਅਸੀਂ ਕੀ ਲਿਖਾਂਗੇ d > ਸਿਰਫ 0, ਬਰਾਬਰ ਦਾ ਨਿਸ਼ਾਨ ਨਹੀਂ ਲਗਾਵਾਂਗੇ, ਕਿਉਂਕਿ ਜਦੋਂ d 0 ਦੇ ਬਰਾਬਰ ਹੋ ਜਾਂਦਾ ਹੈ ਉਦੋਂ ਸਮੀਕਰਨ ਦੇ ਜਿਹੜੇ ਮੂਲ ਹੈ ਰੂਟ ਹੈਗੇ ਉਹ ਕੀ ਹੁੰਦੇ ਹੈਗੇ ਬਰਾਬਰ ਹੁੰਦੇ ਆ। ਇਸ ਕਰਕੇ ਸਿਰਫ > ਦਾ ਸਾਈਨ ਲੈਣਾ ਪਹਿਲੀ ਗੱਲ ਤਾਂ ਇੱਥੇ। ਹੁਣ ਅਸੀਂ > ਦਾ ਸਾਈਨ ਵੀ ਲੈ ਲਿਆ। 16 - 4k d ਦੀ ਵੈਲਿਊ ਸੀ ਉਹ 0 ਤੋਂ ਵੱਡੀ ਹੋ ਗਈ, -4k ਨੂੰ ਇੱਧਰ ਹੀ ਰੱਖਿਆ > 0, 16 ਉੱਧਰ ਜਾ ਕੇ ਕਾਹਦਾ ਹੋ ਗਿਆ ਮਾਈਨਸ ਦਾ। ਹੁਣ ਇੱਥੇ ਗਲਤੀ ਬੇਟਾ ਕੀ ਕਰਦੇ ਬੱਚੇ ਉਹ ਮੈਂ ਤੁਹਾਨੂੰ ਦੱਸਦਾ। ਕਈ ਵਾਰ ਸਟੂਡੈਂਟ ਕੀ ਕਰਦੇ ਆ -4k > -16 ਸੀਗਾ, ਇੱਥੇ ਮਾਈਨਸ ਨਾਲ ਮਾਈਨਸ ਕੱਟ ਦਿੰਦੇ ਆ, ਤਾਂ k ਦੀ ਵੈਲਿਊ ਕਹਿ ਦੇਣਗੇ 16/4 ਕਰਕੇ > 4। ਤਾਂ ਇਹ ਗਲਤ ਹੈ। ਕਿਉਂ ਗਲਤ ਹੈ? ਮਾਈਨਸ ਨਾਲ ਮਾਈਨਸ ਅਸੀਂ ਉਦੋਂ ਹੀ ਕੈਂਸਲ ਕਰ ਸਕਦੇ ਹਾਂ ਜੇ ਸਾਡੇ ਕੋਲ ਸਿਰਫ ਤੇ ਸਿਰਫ ਇਕੁਅਲ ਦਾ ਸਾਈਨ ਹੈ। ਇੱਥੇ ਤੁਸੀਂ ਕੀ ਗਲਤੀ ਕੀਤੀ, ਦੇਖੋ ਮਾਈਨਸ ਦਾ ਸਾਈਨ ਸੀਗਾ ਦੋਨੋਂ ਤਰਫ ਨਾ। ਹੁਣ ਦੇਖੋ ਸਾਨੂੰ ਪਤਾ ਹੈ -2 ਹੈ ਜਿਹੜਾ ਉਹ -8 ਤੋਂ ਗ੍ਰੇਟਰ ਹੁੰਦਾ, ਮਾਈਨਸ ਦਾ ਜਿੰਨਾ ਜ਼ਿਆਦਾ ਉਹਨਾਂ ਕੀ ਹੁੰਦਾ ਹੈਗਾ ਆਪਣੇ ਕੋਲ ਛੋਟਾ ਹੁੰਦਾ। ਜੇ ਹੁਣ ਤੁਸੀਂ ਮਾਈਨਸ ਨਾਲ ਮਾਈਨਸ ਕੱਟਤਾ ਤਾਂ ਤੁਸੀਂ ਇਹ ਕਹਿ ਰਹੇ ਹੋ 2 ਜਿਹੜਾ 8 ਤੋਂ ਵੱਡਾ ਹੈ, ਤਾਂ ਇਹ ਤਾਂ ਬਿਲਕੁਲ ਹੀ ਗਲਤ ਹੋ ਗਿਆ। ਤਾਂ ਇੱਥੇ ਇਹ ਗਲਤੀ ਹੋ ਗਈ। ਠੀਕ ਹੈ, ਐਕਚੁਅਲ 'ਚ ਜਦੋਂ ਮਾਈਨਸ ਦਾ ਸਾਈਨ ਤੁਸੀਂ ਕੈਂਸਲ ਕਰਨਾ ਹੈ ਇਹ ਸਮੀਕਰਨ ਦੇ ਵਿੱਚ, ਇਨ ਇਕੁਏਸ਼ਨ ਦੇ ਵਿੱਚ ਜਦੋਂ ਸਾਡੇ ਕੋਲੇ > ਦਾ ਸਾਈਨ ਹੁੰਦਾ, ਜੇ ਮਾਈਨਸ ਨਾਲ ਮਾਈਨਸ ਕੈਂਸਲ ਕਰਦੇ ਹੋ ਤਾਂ ਸਾਈਨ ਚੇਂਜ ਹੋ ਜਾਂਦਾ ਹੈ। ਜਾਂ ਤਾਂ ਇਹ ਗੱਲ ਨੂੰ ਤੁਸੀਂ ਯਾਦ ਰੱਖੋ ਵੀ ਜਦੋਂ ਤੁਸੀਂ ਮਾਈਨਸ ਨਾਲ ਮਾਈਨਸ ਕੈਂਸਲ ਕਰੋਗੇ ਆਹ ਚੀਜ਼ ਲਿਖੋਗੇ ਇਸ ਤਰੀਕੇ ਨਾਲ ਤਾਂ ਸਾਈਨ ਕੀ ਹੋ ਜਾਊਗਾ ਚੇਂਜ ਹੋ ਜਾਊਗਾ। ਤਾਂ k ਦੀ ਵੈਲਿਊ ਕੀ ਆਊਗੀ 16/4, ਇਹ ਕੱਟਿਆ ਗਿਆ <4 ਆਊਗੀ ਨਾ ਕਿ > 4। ਜਿਹੜਾ ਆਪਾਂ ਇੱਥੇ ਕੀਤਾ ਸੀ ਇਹ ਰੋਂਗ ਸੀਗਾ। ਠੀਕ ਹੈ, ਮਾਈਨਸ ਨਾਲ ਮਾਈਨਸ ਨਹੀਂ ਕੱਟ ਸਕਦੇ ਜਦੋਂ ਸਾਡੇ ਕੋਲੇ ਵੱਡੇ ਜਾਂ ਛੋਟੇ ਦਾ ਨਿਸ਼ਾਨ ਹੁੰਦਾ, ਇਹ ਸਮੀਕਰਨ ਦਾ ਨਿਸ਼ਾਨ ਹੁੰਦਾ। ਜੇ ਮਾਈਨਸ ਨਾਲ ਮਾਈਨਸ ਤੁਸੀਂ ਕੈਂਸਲ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਸਾਈਨ ਆ ਉਹ ਚੇਂਜ ਕਰਨਾ ਪਊਗਾ। ਇਸ ਤੋਂ ਬਚਣ ਦਾ ਦੂਸਰਾ ਤਰੀਕਾ ਇਸ ਗਲਤੀ ਤੋਂ, ਤਾਂ ਕੀ ਕਰੋ ਤੁਸੀਂ ਦੇਖੋ, ਤੁਸੀਂ k ਦੀ ਵੈਲਿਊ ਫਾਈਂਡ ਆਊਟ ਕਰਨੀ ਸੀ ਇੱਥੋਂ, ਆ ਸਾਡੇ ਕੋਲ ਰਿਜ਼ਲਟ ਸੀ, ਤੁਸੀਂ k ਨੂੰ ਦੂਸਰੀ ਤਰਫ ਲੈ ਜਾਓ, ਜਿਹੜੀ ਆ ਨੈਗੇਟਿਵ ਵੈਲਿਊ ਹੈ -4k, ਇਹਨੂੰ ਪਰਲੀ ਸਾਈਡ ਲੈ ਕੇ ਜਾਣੇ ਤੇ +4k ਹੋ ਗਿਆ। ਹੁਣ 4 ਇੱਧਰ ਡਿਵਾਈਡ 'ਚ ਕਰੋਗੇ ਤਾਂ ਕੀ ਆ ਗਿਆ ਸਾਡੇ ਕੋਲੇ ਉਹੀ ਰਿਜ਼ਲਟ ਆ ਗਿਆ 4 > k, ਜਾਂ ਇਹਨੂੰ ਕੀ ਲਿਖ ਸਕਦੇ ਹਾਂ k < 4। ਤਾਂ ਸਾਡਾ ਆਨਸਰ ਇਹ ਹੋਊਗਾ। ਇੱਥੇ ਬਸ ਬੇਟਾ ਇੱਕੋ ਹੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਹੈ, ਇਹ ਤੁਹਾਨੂੰ ਪਤਾ ਹੈ ਜਦੋਂ ਮੂਲ ਵਾਸਤਵਿਕ ਹੁੰਦੇ ਆ d 0 ਤੋਂ ਵੱਡਾ ਹੁੰਦਾ ਹੈ ਵਿਲੱਖਣ ਦੇ ਲਈ। ਠੀਕ ਹੈ, ਤੇ ਇੱਥੇ ਜ਼ਿਆਦਾ ਗਲਤੀ ਹੁੰਦੀ ਹੈ ਬੱਚਿਆਂ ਤੋਂ ਜਦੋਂ ਮਾਈਨਸ ਨਾਲ ਮਾਈਨਸ ਕੈਂਸਲ ਕਰ ਦਿੰਦੇ ਆ। ਤਾਂ ਇੱਥੇ ਯਾਦ ਰੱਖਣਾ ਜੇ ਤੁਸੀਂ ਮਾਈਨਸ ਨਾਲ ਮਾਈਨਸ ਦੋਨੋਂ ਤਰਫ ਤੋਂ ਕੈਂਸਲ ਕਰ ਦਿਓ ਤਾਂ ਸਾਈਨ ਨੂੰ ਚੇਂਜ ਕਰ ਦੇਣਾ। ਤਾਂ ਦੇਖੋ ਸਾਡਾ ਹੁਣ ਆਨਸਰ ਕੀ ਬਣੂਗਾ
ਕੇ ਲੈਸ ਦੈਨ 4 ਤੇ ਜ਼ਿਆਦਾਤਰ ਬੱਚੇ ਕੀ ਕਰਦੇ ਆ ਇੱਥੇ ਦੂਸਰੇ ਆਪਸ਼ਨ ਤੇ ਟਿਕ ਕਰ ਦਿੰਦੇ ਤੇ ਜੋ ਕਿ ਗਲਤ ਹੈ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਸਾਡਾ 8th ਕੁਐਸਚਨ ਦੇਖੋ ਕੀ ਹੈ, ਇਧਰ ਸਪੇਸ ਕੱਟ ਹੈ, ਇੱਥੇ ਰੱਖ ਰਹੇ ਹਾਂ ਕੁਐਸਚਨ ਨੂੰ। ਜੇ x ਦੀ ਵੈਲਿਊ 2 ਦੋਨਾਂ ਸਮੀਕਰਨਾਂ, ਇੱਕ ਸਮੀਕਰਨ ਆ ਰਹੀ ਇੱਕ ਆ ਰਹੀ ਦਾ ਸਾਂਝਾ ਮੂਲ ਹੈ, ਯਾਨੀ ਦੋਨਾਂ ਦੀ ਜਿਹੜੀ ਸਮੀਕਰਨ ਉਹਨੂੰ ਸੈਟੀਸਫਾਈ ਕਰੂਗਾ, ਤਾਂ ਸਾਨੂੰ ਵੈਲਿਊ ਪੁੱਛੀ ਹੋਈ ਹੈ a ਮਾਈਨਸ b ਦੀ। ਦੇਖੋ x ਦੀ ਵੈਲਿਊ 2 ਆਪਾਂ ਪਹਿਲਾਂ ਪਹਿਲੀ ਇਕੁਏਸ਼ਨ ਦੇ ਵਿੱਚ ਪੁੱਟ ਕਰਦੇ ਹਾਂ, a x ਸਕੁਅਰ ਦੀ ਜਗ੍ਹਾ ਤੇ ਆਪਾਂ 2 ਪੁੱਟ ਕਰਤਾ, x ਦੀ ਜਗ੍ਹਾ ਤੇ 2 ਪੁੱਟ ਕੀਤਾ 2 ਸਕੁਅਰ ਪਲੱਸ x ਦੀ ਜਗ੍ਹਾ ਫਿਰ 2 ਪੁੱਟ ਕੀਤਾ प्लस 2 बराबर की रख देंगे 0। पहली इक्वेशन दे विच मैं x की वैल्यू 2 पुट करती तो कितना आ गया, देखो 2 स्केयर कितना हो गया 4a बन गया साढ़े कोल, प्लस 2 कितना हो गया 4 इक्वल टू 0। तो 4a इक्वल टू की हो गया -4, 4 उधर जाके माइनस का हो गया, a की इतों वैल्यू आ गई -4/4 कट के कितनी आ गई -1। इस तरीके नाल आपां जिहड़ी दूसरी समीकरण है ਹੁਣ ਆਪਾਂ ਉੱਥੇ ਵੈਲਿਊ ਪੁੱਟ ਕਰਦੇ ਹਾਂ a ਦੀ ਸੌਰੀ x ਦੀ, ਆਹੀ ਜਿਹੜੀ x ਦੀ ਵੈਲਿਊ 2 ਹੈ ਹੁਣ ਦੂਸਰੀ ਸਮੀਕਰਨ 'ਚ ਭਰਦੇ ਹਾਂ, ਪਹਿਲਾਂ ਪਹਿਲੀ 'ਚ ਭਰੀ ਸੀ ਹੁਣ ਆਪਾਂ ਦੂਸਰੀ 'ਚ ਭਰਦੇ ਹਾਂ। ਤਾਂ ਦੇਖੋ 2 ਸਕੁਅਰ ਪਲੱਸ 2 × 2 ਪਲੱਸ b ਇਕੁਅਲ ਟੂ 0। x ਦੀ ਜਗ੍ਹਾ ਤੇ ਮੈਂ ਦੂਸਰੀ ਸਮੀਕਰਨ ਦੇ ਵਿੱਚ ਵੀ ਬੇਟਾ ਕੀ ਭਰਤਾ 2 ਭਰਤਾ, ਠੀਕ ਹੈ। ਹੁਣ 2 ਦਾ ਸਕੁਅਰ ਕੀਤਾ 2 ਦਾ ਵਰਗ ਕਿੰਨਾ ਹੁੰਦਾ 4, ਫਿਰ 2 दूनी 4 प्लस b बराबर 0। तो 4 ਤੇ 4 8 उधर जाके कादे हो जाएंगे माइनस दे, तो b की वैल्यू आ गई -8। सानू जी वैल्यू पूछी हुई सी, सानू वैल्यू पूछी सी a माइनस b की, तो a की वैल्यू कितनी आई है -1 और उस b की वैल्यू -8 असी माइनस कर देंगे तो की आ गया माइनस ते माइनस की हो गया +8, तो प्लस दे 8 है माइनस का 1 है तो प्लस दे 7 ज़्यादा है, तो साडा आंसर कितना आ गया +7। तो हम देखो किहड़ा ऑप्शन है 4th ऑप्शन साडा की हैगा राइट आंसर है। तो ये बेटा सिंपल जिहा क्वेश्चन सी, सिर्फ की करना सी दोनों समीकरणों के विच आपां x की वैल्यू ही पुट करनी सी, ठीक है। उत्थों a ते b की वैल्यू आ गई, उत्थों फिर असी a माइनस b की वैल्यू कढ़ ली। चलते नैक्सट क्वेश्चन ते। अगला देखो साडा क्वेश्चन की है, एक अंक गणितक लड़ी सानू दिती हुई है, तो कहते p किस दे बराबर है। एक्चुअल दे विच बेटा की हुंदा है ਜਦੋਂ ਹੁਣ 3 ਟਰਮਾਂ ਸਾਨੂੰ ਦਿੱਤੀਆਂ ਹੋਈਆਂ ਇਹ ਏਪੀ ਦੇ ਵਿੱਚ ਹੈਗੀਆਂ, ਤਾਂ ਪਹਿਲੀ 2 ਦਾ ਜਿਹੜਾ ਅੰਤਰ ਹੋਊਗਾ ਦੂਸਰੀ ਦੇ ਵਿੱਚੋਂ ਅਸੀਂ ਪਹਿਲੀ ਘਟਾਵਾਂਗੇ ਤੇ ਫਿਰ ਤੀਸਰੀ ਦੇ ਵਿੱਚੋਂ ਜਿਹੜੀ ਦੂਸਰੀ ਘਟਾਵਾਂਗੇ, ਦੋਨਾਂ ਦਾ ਅੰਤਰ ਕੀ ਹੋਊਗਾ ਬਰਾਬਰ ਹੋਊਗਾ। ਇਹ ਸਾਨੂੰ ਪਤਾ ਹੈਗਾ ਕਿਉਂਕਿ ਏਪੀ ਦੇ ਵਿੱਚ ਹਰ ਲਗਾਤਾਰ 2 ਟਰਮਾਂ ਦਾ ਜਿਹੜਾ ਡਿਫਰੈਂਸ ਹੈ ਉਹ ਸੇਮ ਹੁੰਦਾ। ਇਹਨੂੰ ਇਕੁਅਲ ਰੱਖ ਦਿਓ, ਇੱਥੋਂ ਪੀ ਦੀ ਵੈਲਿਊ ਆ ਜਾਊਗੀ। ਪਹਿਲਾਂ ਦੇਖੋ p+3 ਉਸ ਦੇ ਵਿੱਚੋਂ ਅਸੀਂ माइनस किया p-1, ठीक है। दूसरी टर्म चो पहली टर्म घटाती, इत्थे की करांगे आपां तीसरी टर्म दे विचों 3p-1 दे विचों दूसरी टर्म माइनस कर देने, वैल्यू पुट करके भी आंसर आ जाऊगा बेटा। जे तुसीं वैल्यू भर के देखोगे p दी जिहड़ियां दित्तियां होईयां, जिथे p बनदी है उही साडा आंसर होऊगा, ठीक है। वैल्यू भरन दी बजाय सिंपल जिहा थोड़ा जिहा सॉल्व कर लो, इहनूं आसान जिहा क्वेश्चन है ये। p+3 देखो इस माइनस की करांगे तो माइनस p हो जाऊगा +1 हो जाऊगा। इस तरीके नाल इधर 3p-1 सीगा, आ p माइनस हो जाऊगा और 3 भी की हो जाऊगा माइनस। तो इनू कैंसल कर दो, देखो p नाल p कैंसल हो गया, 3 + 1 कितना हो गया 4, 3p चों एक p माइनस किया कितना बच गया साढ़े कोल 2p, और इत्थे सीगा साढ़े कोल -1 और -3 कितना हो गया -4, और 2p की वैल्यू आ गई 8 और p की वैल्यू कितनी आ गई 8/2 4। तो ये सिंपल सी सॉल्व कर लिया, तो 4 साडा की आ गया आंसर। जे इत्थे आपां वैल्यू भी पुट करके देखिए तो पहली जिहड़ी टर्म सी उहदे विच आपां 4 वैल्यू पुट कर दिए 4 - 1, फिर आ गया साडे कोले 4 + 3, उस तो बाद आ गया 4 × 12 चो 1 घटावांगे कितना आ जाऊगा 9। तो देखो सॉरी ये आ जाओ 11, गलत लिखा गया, तो कितना आ गया देखो 3 फिर 7 तो फिर 11, तो ये साडे कोल की बन गई AP। अगे नैक्सट क्वेश्चन देखो 10वां क्वेश्चन, जे एक घड़ी 1 वजे 1 बार ਅਤੇ 2 ਵਜੇ 2 ਵਾਰ ਅਤੇ 3 ਵਜੇ ਫਿਰ 3 ਵਾਰ ਤੇ ਇਸੇ ਤਰ੍ਹਾਂ ਅੱਗੇ ਘੰਟੀਆਂ ਵਜਾਉਂਦੀ ਹੈ,
ਅਤੇ ਇੱਕ ਵਾਰ ਫਿਰ 1 ਵਜੇ ਅਤੇ ਇਸੇ ਤਰ੍ਹਾਂ ਅੱਗੇ ਘੰਟੀਆਂ ਵਜਾਉਂਦੀ ਹੈ ਤਾਂ 2 ਦਿਨਾਂ ਦੇ ਸਮੇਂ ਵਿੱਚ ਇਹ ਘੜੀ ਕੁੱਲ ਕਿੰਨੀਆਂ ਘੰਟੀਆਂ ਵਜਾਵੇਗੀ। ਤਾਂ ਦੇਖੋ ਸਿੱਧੀ ਜੀ ਗੱਲ ਹੈ, ਪਹਿਲੇ ਘੰਟੇ ਕਿੰਨੀ 1 ਵਜੇ ਕਿੰਨੀਆਂ ਘੰਟੀਆਂ ਵੱਜਦੀਆਂ 1 ਘੰਟੀ। ਥੋੜਾ ਕਲਰ ਚੇਂਜ ਕਰ ਦਈਏ। ਦੇਖੋ ਪਹਿਲੇ ਘੰਟੇ 1 ਘੰਟੀ ਵੱਜਦੀ ਹੈ, ਦੂਸਰੇ ਘੰਟੇ 2 ਘੰਟੀਆਂ ਵੱਜਣਗੀਆਂ, ਤੀਸਰੇ ਘੰਟੇ 3 ਵੱਜਣਗੀਆਂ, ਚੌਥੇ ਘੰਟੇ 4 ਔਰ ਇਸੇ ਤਰੀਕੇ ਨਾਲ ਕਿੱਥੋਂ ਤੱਕ 12 ਘੰਟਿਆਂ ਦੇ ਵਿੱਚ 12 ਵਜੇ ਕਿੰਨੀਆਂ ਵੱਜਣਗੀਆਂ 12। ਤਾਂ 12 ਘੰਟਿਆਂ ਦਾ ਹਿਸਾਬ ਕਿਤਾਬ ਹੋ ਗਿਆ। ਇਹਨਾਂ ਨੂੰ ਜੇ ਅਸੀਂ ਜੋੜ ਕਰਦੇ ਹਾਂ ਤਾਂ ਕਿੰਨਾ ਹੋਊਗਾ, 1 ਤੋਂ ਲੈ ਕੇ 12 ਤੱਕ ਦਾ ਜੋੜ ਕਰਨਾ ਹੈ। ਤਾਂ ਇਹਦੇ ਲਈ ਫਾਰਮੂਲਾ ਡਾਇਰੈਕਟ ਯਾਦ ਰੱਖੋ ਬੇਟਾ, 1 ਤੋਂ ਲੈ ਕੇ n ਤੱਕ ਦੀ ਜੇ ਗਿਣਤੀ ਦਾ ਅਸੀਂ ਜੋੜ ਕਰਨਾ ਹੋਵੇ ਲਗਾਤਾਰ ਕੰਟੀਨਿਊਅਸ, ਤਾਂ ਉਸ ਦਾ ਫਾਰਮੂਲਾ ਬੇਟਾ ਤੁਸੀਂ ਯਾਦ ਰੱਖੋ, ਉਹ ਹੁੰਦਾ n × n + 1/2। ਇਹੀ ਹੁੰਦਾ ਨਾ। ਹੁਣ ਕਿੰਨੀਆਂ ਸੀਗੀਆਂ ਇਹ 12 ਸੀ, ਤਾਂ 12 ਗੁਣਾ 12 + 1 ਕਰ ਦਾਂਗੇ ਬਟਾ 2। ਇਹ ਕਿੰਨਾ ਆ ਗਿਆ, ਕੱਟਿਆ ਗਿਆ 2 ਛਿੱਕੇ 12 ਤੇ ਹੈਗਾ 6 ਗੁਣਾ 13, 13 ਛਿੱਕਾ 78। ਤਾਂ 12 ਘੰਟਿਆਂ ਦੇ ਵਿੱਚ ਇੰਨੀਆਂ ਘੰਟੀਆਂ ਵੱਜਦੀਆਂ ਕਿੰਨੀਆਂ 78। ਸਾਨੂੰ ਪੁੱਛਿਆ 2 ਦਿਨ ਦੇ ਵਿੱਚ ਕਿੰਨੀਆਂ ਵੱਜਣਗੀਆਂ 2 ਦਿਨ ਦੇ ਵਿੱਚ। ਤਾਂ ਦੇਖੋ 2 ਦਿਨਾਂ ਦੇ ਵਿੱਚ ਬੇਟਾ 48 ਘੰਟੇ ਹੁੰਦੇ ਸਾਰੇ। ਕਿੰਨੇ ਘੰਟੇ ਹੁੰਦੇ ਆ 48 ਘੰਟੇ, ਕਿਉਂਕਿ 24 ਘੰਟੇ ਇੱਕ ਦਿਨ ਦੇ ਵਿੱਚ ਹੋ ਗਏ। ਇਹਨੂੰ ਅਸੀਂ ਗੁਣਾ ਕਰ ਦਿੰਦੇ ਹਾਂ, ਇਹ 12 ਘੰਟਿਆਂ ਦਾ ਹਿਸਾਬ ਹੋ ਗਿਆ। ਤਾਂ ਸਾਨੂੰ 4 ਵਾਰ ਗੁਣਾ ਕਰਨਾ ਪਊਗਾ, ਕਿਉਂਕਿ 12 ਚੌਕਾ ਕੀ ਹੁੰਦਾ ਹੈਗਾ 48 ਹੁੰਦਾ ਹੈਗਾ। 12 ਘੰਟਿਆਂ ਦੇ ਵਿੱਚ 78 ਵਾਰ ਘੰਟੀਆਂ ਜਿਹੜੀਆਂ ਵੱਜਦੀਆਂ, ਤਾਂ 48 ਘੰਟਿਆਂ ਦਾ ਅਸੀਂ ਦੱਸਣਾ ਸੀ, ਇਹਨੂੰ 4 ਨਾਲ ਗੁਣਾ ਕਰ ਦਾਂਗੇ ਤਾਂ ਕਿੰਨਾ ਆ ਗਿਆ 8 ਚੌਕਾ 32, 3 ਸਾਡੇ ਕੋਲੇ ਹੱਸ ਲਾ ਗਏ, 7 ਚੌਕਾ 28 ਤੇ 3 ਕਿੰਨੇ ਹੁੰਦੇ ਹੈਗੇ 31। ਤਾਂ 312 ਘੰਟੀਆਂ ਟੋਟਲ ਵੱਜਣਗੀਆਂ। ਇਹਦਾ ਕੀ ਹੈਗਾ ਰਾਈਟ ਆਨਸਰ ਹੈ। ਸੈਕਿੰਡ ਆਪਸ਼ਨ ਸਾਡੇ ਕੋਲੇ ਰਾਈਟ ਆਨਸਰ ਹੈ। ਸਕਰੀਨ ਸ਼ਾਟ ਲੈ ਲਓ ਬੇਟਾ, ਇਹਨੂੰ ਤੁਸੀਂ ਕਾਪੀ ਤੇ ਨੋਟ ਕਰ ਲਿਓ। ਠੀਕ ਹੈ, ਪਹਿਲਾਂ 12 ਘੰਟਿਆਂ ਦਾ ਅਸੀਂ ਜੋੜ ਕੱਢ ਲਿਆ, ਫਿਰ ਸਾਨੂੰ 48 ਘੰਟਿਆਂ ਦਾ ਪੁੱਛਿਆ ਸੀ 2 ਦਿਨਾਂ ਦਾ, ਤਾਂ ਅਸੀਂ ਕੀ ਕਰ ਲਿਆ 4 ਨਾਲ ਗੁਣਾ ਕਰ ਲਈ। ਠੀਕ ਹੈ, ਅੱਗੇ ਚੱਲਦੇ ਹਾਂ। ਇੱਕ ਸਾਡੇ ਕੋਲੇ ਡਾਇਗਰਾਮ ਬਣਿਆ ਹੋਇਆ, ਸਾਨੂੰ BCDE ਹੈ ਜਿਹੜੀ ਲਾਈਨ ਆ, ਆਹ BC ਦੇ ਪੈਰਲਲ ਦਿੱਤੀ ਹੋਈ ਹੈ। AD ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। AD ਦੀ ਜਗ੍ਹਾ ਤੇ ਅਸੀਂ X ਲਿਖ ਲੈਂਦੇ ਹਾਂ। ਦੇਖੋ ਜਿਹੜੀ DE ਲਾਈਨ ਹੈ ਉਹ BC ਦੇ ਪੈਰਲਲ ਹੈ। ਇੱਥੇ ਬੇਟਾ ਆਪਾਂ ਥੇਲਜ ਥਿਓਰਮ ਲਗਾ ਦਾਂਗੇ। ਥੇਲਜ ਥਿਓਰਮ ਦੇ ਵਿੱਚ ਕੀ ਹੁੰਦਾ ਹੈਗਾ, ਜੇ ਇੱਕ ਭੁਜਾ ਦੇ ਸਮਾਂਤਰ ਕਿਸੇ ਤ੍ਰਿਭੁਜ ਦੇ ਵਿੱਚ ਰੇਖਾ ਖਿੱਚੀ ਜਾਂਦੀ ਹੈ ਤਾਂ ਬਾਕੀ 2 ਭੁਜਾਵਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਉਹ ਵੰਡਦੀ ਹੈ। ਤਾਂ ਸਾਡੇ ਕੋਲ ਜਿਹੜੀ ਥੇਲਜ ਥਿਓਰਮ ਸੀ ਉਹ ਅਸੀਂ ਅਪਲਾਈ ਕਰ ਦਿੰਦੇ ਇੱਥੇ। ਥੇਲਜ ਥਿਓਰਮ ਦੇ ਨਾਲ ਕੀ ਹੋਊਗਾ, ਜਿਹੜਾ ਸਾਡੇ ਕੋਲੇ ਪਹਿਲੀ ਭੁਜਾ ABC ਉਹਦੇ 2 ਭਾਗ ਹੋ ਗਏ, AD ਤੇ DB ਦਾ ਅਨੁਪਾਤ। AD ਬਟਾ DB ਕਿਸ ਦੇ ਬਰਾਬਰ ਹੋਊਗਾ, ਇਹ AE ਬਟਾ EC। ਦੂਸਰੀ ਭੁਜਾ ਕਿਹੜੀ ਸੀ AC, ਉਹਦੇ ਕਿਹੜੇ ਕਿਹੜੇ ਭਾਗ ਹੋਏ ਸੀ AE ਔਰ EC, ਤੇ ਇਹਨਾਂ ਦਾ ਅਨੁਪਾਤ ਬਰਾਬਰ ਹੋਊ। ਇੱਥੇ ਵੈਲਿਊ ਰੱਖ ਦਿੰਦੇ ਆਪਾਂ। X ਬਟਾ ਕਿੰਨਾ ਹੋ ਗਿਆ, DB ਕਿੰਨੀ ਹੈ 7.2 ਔਰ AE ਕਿੰਨੀ ਦਿੱਤੀ ਹੋਈ ਹੈ 1.8 ਔਰ EC ਕਿੰਨੀ ਦਿੱਤੀ ਹੋਈ ਹੈ 5.4। ਤਾਂ ਇਹਨੂੰ ਅਸੀਂ ਕੱਟ ਦਿੰਦੇ ਹਾਂ। X ਦੀ ਵੈਲਿਊ ਇੱਥੋਂ ਆ ਜਾਊਗੀ 1.8 ਬਟਾ 5.4, ਆ 72 ਦੀ ਉਧਰ ਗੁਣਾ ਹੋ ਜੂਗੀ 7.2 ਦੀ। ਠੀਕ ਹੈ, ਹੁਣ ਦੇਖੋ ਇਹਨੂੰ ਕੈਂਸਲ ਕਰ ਦਿੰਦੇ ਆਪਾਂ। ਆ ਜਿਹੜਾ ਪੁਆਇੰਟ ਹੈਗਾ ਉੱਪਰ, ਉਹਨਾਂ ਦਾ ਜਿਹੜਾ 10 ਹੈ ਆਪਾਂ ਬੱਟੇ 'ਚ ਲਗਾ ਦਾਂਗੇ, ਉਹ ਜਿਹੜਾ ਨੀਚੇ ਪੁਆਇੰਟ ਆ ਉਹਦਾ 10 ਉੱਪਰ ਲਗਾ ਦਾਂਗੇ। ਬਸ ਇਸ ਤਰੀਕੇ ਨਾਲ ਹੀ ਕਰਦੇ ਹੁੰਦੇ ਆਪਾਂ ਪਹਿਲਾਂ ਵੀ। ਜਿਹੜੇ ਉੱਪਰ ਪੁਆਇੰਟ ਸੀ ਉਹਨਾਂ ਦਾ 10 ਨੀਚੇ ਲੱਗ ਗਿਆ, ਜਿਹੜੇ ਹੇਠਾਂ ਪੁਆਇੰਟ ਸੀਗਾ ਉਹਦਾ 10 ਉੱਪਰ ਲਗਾਤਾ। 10 ਨਾਲ 10 ਕੈਂਸਲ ਹੋ ਗਿਆ। ਦੇਖੋ 18 × 18, 18 ਤੇ 54, ਫਿਰ 24 30 72, 24 ਬਟਾ 10 ਜਾਣੀ 2.4 ਸੈਂਟੀਮੀਟਰ ਸਾਡਾ ਕੀ ਆ ਗਿਆ ਰਾਈਟ ਆਨਸਰ। ਦੇਖੋ ਕਿਹੜੇ ਆਪਸ਼ਨ 'ਚ ਹੈ, ਤਾਂ ਸੈਕਿੰਡ ਆਪਸ਼ਨ ਦੇ ਵਿੱਚ ਕੀ ਹੈ ਸਾਨੂੰ ਮਿਲ ਰਿਹਾ, ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ, ਇੱਕ ਲੜਕੀ ਪੂਰਬ ਵੱਲ 200 ਮੀਟਰ ਅਤੇ ਫਿਰ ਉੱਤਰ ਵੱਲ 150 ਮੀਟਰ ਚੱਲਦੀ ਹੈ, ਤਾਂ ਸ਼ੁਰੂਆਤੀ ਬਿੰਦੂ ਤੋਂ ਲੜਕੀ ਕਿੰਨੀ ਦੂਰੀ ਤੇ, ਇਹ ਅਸੀਂ ਦੱਸਣਾ। ਤਾਂ ਦੇਖੋ ਇੱਕ ਡਾਇਗਰਾਮ ਬਣਾਉਣੇ ਆਪਾਂ। ਮੰਨ ਕੇ ਚੱਲੋ ਬੇਟਾ ਸਾਡੇ ਕੋਲੇ ਇੱਕ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾਉਣਾ ਸਿੱਖੋ। ਸਭ ਤੋਂ ਪਹਿਲਾਂ ਸਾਡੇ ਕੋਲੇ ਉੱਪਰ ਹੈ ਨਾਰਥ ਸਾਈਡ, ਹੇਠ ਹੈ ਸਾਊਥ, ਇੱਧਰ ਸਾਡੇ ਕੋਲ ਹੁੰਦਾ ਵੈਸਟ, ਇੱਧਰ ਹੁੰਦਾ ਈਸਟ। ਮੰਨ ਲਓ ਸ਼ੁਰੂਆਤੀ ਪੋਜੀਸ਼ਨ ਇਹ ਵਾਲੀ ਹੈ ਪੁਆਇੰਟ ਸਾਡੇ ਕੋਲੇ, ਪੂਰਬ ਵੱਲ ਪਹਿਲਾਂ ਕੀ 200 ਮੀਟਰ ਚੱਲਦੀ ਹੈ, ਇੱਧਰ ਨੂੰ ਉਸਨੇ ਡਿਸਟੈਂਸ ਕਿੰਨੀ ਟਰੈਵਲ ਕੀਤੀ 200 ਮੀਟਰ। ਕਿਹੜੀ ਸਾਈਡ ਈਸਟ ਵੱਲ, ਪੂਰਬ ਵੱਲ। ਫਿਰ ਉਹ ਉੱਤਰ ਵੱਲ ਉੱਪਰ ਨੂੰ
ਕਿੰਨੀ ਡਿਸਟੈਂਸ ਟਰੈਵਲ ਕੀਤੀ ਹੈ 150 मीटर 150 मीटर। ਤੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰ ਹੈ ਸਾਨੂੰ ਪੁੱਛਿਆ ਹੋਇਆ। ਆ ਜਿਹੜੀ ਸਟਾਰਟਿੰਗ ਪੁਆਇੰਟ ਸੀ, ਮੰਨ ਲਓ ਇਹ ਪੁਆਇੰਟ ਅਸੀਂ O ਕਹਿ ਦਿੰਦੇ ਹਾਂ, ਪਹੁੰਚ ਕਿੱਥੇ ਗਏ ਹੁਣ ਆਪਾਂ A ਤੇ, ਤਾਂ ਸਾਨੂੰ OA ਜਿਹੜੀ ਵੈਲਿਊ ਉਹ ਫਾਈਂਡ ਆਊਟ ਕਰਨੀ ਹੈ। ਤਾਂ ਇੱਥੇ ਪਾਈਥਾਗੋਰ ਥਿਓਰਮ ਹੀ ਲਗਾਉਣੀ ਸੀ ਬੇਟਾ। ਐਂਗਲ 90 ਡਿਗਰੀ ਦਾ, ਆ ਇੱਕ ਟ੍ਰਾਇੰਗਲ ਹੈ ਜਿਹੜੀ ਇਹ ਰਾਈਟ ਐਂਗਲ ਟ੍ਰਾਇੰਗਲ ਹੈ, ਸਮਕੋਣ ਤ੍ਰਿਭੁਜ ਹੈ, ਉਸ ਦੇ ਵਿੱਚ ਕਰਨ ਕੱਢਣਾ ਸੀ। ਤਾਂ ਕਰਨ ਕੱਢਣ ਦਾ ਤਰੀਕਾ ਕੀ ਹੁੰਦਾ ਹੈ, ਜਿਹੜਾ ਬੇਸ ਹੈ ਉਸ ਦਾ ਸਕੇਅਰ ਕਰ ਦਿਓ, ਔਰ ਜਿਹੜਾ ਪਰਪੈਂਡੀਕੂਲਰ ਹੈ ਉਸ ਦਾ ਸਕੇਅਰ ਕਰ ਦਿਓ, ਫਿਰ ਉਸ ਦਾ ਕੀ ਕਰ ਦਿਓ ਸਕੇਅਰ ਰੂਟ, 200 ਦਾ ਸਕੇਅਰ, ਔਰ ਜਿਹੜਾ 150 ਹੈ ਉਹਦਾ ਸਕੇਅਰ ਕਰ ਦਿਓ, ਫਿਰ ਕਰ ਦਿਓ ਸਕੇਅਰ ਰੂਟ। ਇਹ ਸਾਡੇ ਕੋਲ ਆ ਗਿਆ 40,000, 2 ਗੁਣਾ 2 4 ਹੁੰਦਾ, 2 ਜ਼ੀਰੋਆਂ ਦੀਆਂ 4 ਜ਼ੀਰੋਆਂ ਬਣ ਗਈਆਂ। 150 ਦਾ ਸਕੇਅਰ ਕਰਨਾ 15 15 225 ਔਰ 2 0। ਤਾਂ ਇਹਨਾਂ ਨੂੰ ਜਦੋਂ ਜੋੜੋਗੇ ਇਹ ਸਾਡੇ ਕੋਲੇ ਬਣ ਗਿਆ ਸਾਰਾ 625 ਔਰ ਇੰਨਾ ਬਣ ਗਿਆ ਸਾਡੇ ਕੋਲ। ਠੀਕ ਹੈ, ਇਹਦਾ ਸਕੇਅਰ ਰੂਟ ਕਰੋਗੇ ਕਿੰਨਾ ਆ ਜਾਊ ਸਾਡੇ ਕੋਲੇ 250, ਕਿਉਂਕਿ 25 ਗੁਣਾ 25 625 ਹੁੰਦਾ। ਤਾਂ 250 ਮੀਟਰ ਕੀ ਆ ਉਹ ਸ਼ੁਰੂ ਵਾਲੇ ਸਥਾਨ ਤੋਂ ਪਹੁੰਚ ਚੁੱਕੀ ਹੈ। ਤਾਂ ਇਹਦਾ ਆਨਸਰ ਦੇਖੋ ਕੀ ਹੈ ਸਾਡੇ ਕੋਲੇ, ਸੈਕੰਡ ਆਪਸ਼ਨ ਸਾਡੇ ਕੋਲੇ ਕੀ ਹੈ ਰਾਈਟ ਆਨਸਰ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਦੇਖੋ ਬੇਟਾ। ਇੱਕ ਟ੍ਰਾਇੰਗਲ ABC ਹੈ, ਬੜਾ ਹੀ ਥੋੜਾ ਜਿਹਾ ਪੇਚੀਦਾ ਕੁਐਸਚਨ ਹੈ ਇਹ, ਥੋੜਾ ਜਿਹਾ ਮੈਂ ਜ਼ੂਮ ਕਰ ਰਿਹਾ ਇਹਨੂੰ। ਦੇਖੋ ਕੁਐਸਚਨ ਕੀ ਹੈ, ट्रायंगल ABC है जी ट्रायंगल DEF दे सिमिलर है। पहली गल ट्रायंगल ABC सिमिलर है कि ट्रायंगल दे DEF दे समरूप है दोनों त्रिभुजां। तो क्लीयर गल है जिन्ना एंगल A होगा उन्ना ही एंगल D होगा और जिन्ना एंगल B है उन्ना ही एंगल E होगा। इसी तरह जिन्ना एंगल C है उन्ना ही होगा F। ठीक है, A एंगल सानू 47 दिता हुआ है, A एंगल कितना है 47 डिग्री और E एंगल कितना दिता हुआ E एंगल E है 83 डिग्री। तो तुहानू मैं दस्या A एंगल D दे इक्वल है, B किस दे इक्वल है E दे। तो ओबीअसली जिहड़ा B एंगल है वो भी तो 83 डिग्री ही होगा, 83 डिग्री होगा, क्योंकि B एंगल किहदे बराबर है E दे। तो E सानू 83 दिता होया। तो देखो ट्रायंगल ABC जिहड़ी पहली सीगी उहदे दो कोण सानू पता लग गए। पहला तो 47 डिग्री दिता ही होया सी, दूसरा सी E तो अंदाजा लगा लिया भी E 83 डिग्री है तो B भी कितना होगा 83 होगा। सानू पहली ट्रायंगल का C कोण पुछया होया है, एक त्रिभुज दे दो कोण तुहानू पता है, तीसरा कोण जे तुसी कढ़ना चाहुंदे हो तो की करना है 180 डिग्री तिन्ना कोणां दा जोड़ है, उस दे विचों तुसी दोनों माइनस कर दो 47 डिग्री नू और 83 डिग्री तक, जिन्ना बच गया वो तुहाडा तीसरा कोण जानी C कोण आ गया। ठीक है, 180 डिग्री तिन्ना कोणां दा जोड़ सी, पहले दो कोणां जोड़ के ना आया 47 ते 83 नू जोड़दे सी, ये आ गया 130 डिग्री, 7 ते 3 10 8 ते 4 12 12 ते 1 13 130 डिग्री। 180 चो 130 घटावांगे तो कितना बच जूगा 50 डिग्री। तो साडा जिहड़ा पहला ऑप्शन है वो की है राइट आंसर है जी। तिन्ना कोणां नू असीं जोड़ांगे तो साडे कोल जिहड़ा जोड़ है वो कितना बनता है 180 डिग्री। अगे चलते हैं, अगला जिहड़ा क्वेश्चन है बेटा इनू ज़्यादातर टीचर्स ट्रायंगल के एरिए नाल कराउंदे। ठीक है, सानू क्वेश्चन की दिता होया एक्स दे किस मुल दे लई जिहड़े तीनों बिंदु है ये समरेखी होणगे, एक रेखा दे विच होणगे। तो ज़्यादातर मोस्टली की कीता जांदा है ट्रायंगल ABC का एरिया कढ़िया जांदा है और उन्होंने 0 के बराबर रख दिता जाता है, उत्थों एक्स की वैल्यू फाइंड आउट की जाती है। पर एक तुहानू ट्रिक दसदा इस क्वेश्चन की मैं, एक बार मैनू पॉइंट लिख ला। पहला पॉइंट सी देखो -3 ते 12, ठीक है, दूसरा पॉइंट है 7 ते 6 और तीसरा पॉइंट है एक्स ते 9। पहला पॉइंट -3 12, दूसरा 7 ते 6, तीसरा पॉइंट साडे कोल है एक्स और 9। ठीक है, हुण मैं तुहानू ट्रिक दसदा इस क्वेश्चन नू किवें करना है, एक्स की वैल्यू कढनी। पहला तुसीं की करना है, पहले दो पॉइंटां दे विच एक्स वाली जिहड़ी वैल्यू है उन्होंने सबट्रैक्ट करना है। -3 चो कितना घटाउणा हैगा -7। ठीक है, 7 घटाता ना, पहला इस एक्स चों वो एक्स घटाता बटा। हुण की करना है वाई वाली वैल्यू जिन्होंने घटाउणा, 12 चो कितना घटावांगे 6 बराबर। इसी तरह अगे चलना है, एक्स दे विचों पहला एक्स ही घटाउणा है, 7 माइनस कितना हो गया एक्स, फिर वाई वाली वैल्यू चो वाई वाली वैल्यू घटाउणी है बटे 6 माइनस कितना करना है 9। इस तरीके नाल तुसीं वैल्यू नूं सबट्रैक्ट करके बटे करके लिख लेना है।
तो जी वैल्यू आ जू इतों एक्स की वैल्यू आ जूगी। बस देखो कितना आ गया -3 और -7 कितना हो गया साढ़े को -10 और हेठा कितना बच गया 12 6 घटाओगे 6। ठीक है इतने है 7 -x इतने 6 चों -3 घटावे आ गया -3 इनू कट दो 3 एकम 3 3 दूनी 6 कट्टा गया 2 इधर कट्टा गया 2 एकम 2 2 5 10 तो साढ़े को माइनस तो माइनस भी कट ही दो थलों तो साढ़े को गया 5 किस के बराबर है 7 -x की और 7 नूं जे तुसीं इधर लैके आओगे इधर आके 7 काहदा हो जाऊगा माइनस का और उधर कितना है -x है तो साढ़े को x की वैल्यू कितनी आ गई -2 इक्वल टू -x माइनस ना माइनस कैंसल तो x की जी वैल्यू है कितनी आ गई 2। तो इस तरीके नाल भी बेटा इस क्वेश्चन नूं कीता जा सकता है। तो नोट कर लो इनू इस मैथड नूं स्क्रीनशॉट ले लो और एक बार प्रैक्टिस करो। पहला एक्स वाली वैल्यू नूं सबट्रैक्ट करना है फिर वाई वाली नूं दोनों नूं बटे कर देना और बराबर रख देना। ठीक है अगे चलते हैं। तो इहदा जिहड़ा आंसर सी साडा की सी थर्ड ऑप्शन। अगे नैक्सट क्वेश्चन देखो एक सानू बिंदु दिता हुआ है इसकी मूल बिंदु तो असीं दूरी दसनी है। ये काफ़ी बार क्वेश्चन बेटा आ चुका है -5 का स्केयर और 6 का स्केयर ही करना है सिर्फ। ये आ गया 25 और 6 का वर्ग 36 25 36 कितना हो गया 41 और 41 का स्केयर रूट कितना सॉरी 41 नहीं 61 61 तो 61 साडा की है राइट आंसर है। तो थर्ड ऑप्शन साडा की है राइट आंसर। ये मैं पहला भी दस्या होया एक बार बेटा फिर रिपीट करदा है जदों साडे कोल कोई पॉइंट एक्स वाई है जिहड़ी एक्स दूरी दी वैल्यू हुंदी है ये साडी मूल सॉरी वाई धुरे तो दूरी हुंदी है। किहड़े धुरे तो वाई धुरे तो और जिहड़ी वाई दी वैल्यू हुंदी है ये एक्स धुरे तो दूरी हुंदी है। ठीक है और जिहड़ा साडे कोले स्केयर रूट एक्स स्केयर प्लस वाई स्केयर है ये जिहड़ी डिस्टेंस हुंदी है कित्थों हुंदी है मूल बिंदु तो। इन्हां गल्लां नूं याद रखो। हुण सानूं मूल बिंदु तो वैल्यू पुछी सी असीं दोनों का की कीता स्केयर और स्केयर रूट। ठीक है आंसर आ गया साडे कोल। अगे चलते नैक्सट क्वेश्चन ते अगे साइन 2a इक्वल टू 2 साइन ए कदों होऊगा जो ए दी वैल्यू की होगी। तो साइन देखो 0 भर देने जे असीं तो 2 इंटू 0 कितना हो जाऊगा 0 इधर 2 इंटू साइन 0 ए दी वैल्यू 0 भरते हैं साइन 0 तो कितना होंदा 0 डिग्री और साइन 0 तो कितना होंदा 0 डिग्री। तो 0 इहदा की सीगा राइट आंसर सीगा। अगे चलते हैं नैक्सट क्वेश्चन ट्रायंगल ए बी सी एक साडे कोल दित्ती हुई है समकोण त्रिभुज है आपां ड्रॉ कर लेने हैं। ठीक है हुण जिहड़ी ट्रायंगल है इस दे विच बी कोण समकोण है बी कोण कितने डिग्री का है 90 डिग्री का। तो त्रिभुज के तिन्नां कोणां का जोड़ जिहड़ा हुंदा है वो 180 डिग्री हुंदा है। ए प्लस बी प्लस सी कितना हुंदा 180 डिग्री और बी पहले ही 90 दिता हुआ यदी वैल्यू 90 डिग्री भर दो उधर जाके ये माइनस हो जू। तो ए प्लस सी की वैल्यू कितनी आ गई साढ़े को 180 माइनस 90 90 डिग्री। तो ए प्लस सी कितना है 90 डिग्री है। तो हुण सानू जिहड़ी वैल्यू सी वो पुछी हुई सी कॉस ए प्लस सी की कॉस ए प्लस सी यानी कॉस 90 ए प्लस सी की वैल्यू कितनी भरती 90 तो कॉस 90 डिग्री तो कितना हुंदा है 0। ठीक है कॉस 0 तो 1 हुंदा है और 90 तो कितना हुंदा है 0 हुंदा है। यही साडा की है राइट आंसर है। ठीक है साइन 0 0 हुंदा है और कॉस 90 के उपर 0 हुंदा है। अगे चलते हैं नैक्सट क्वेश्चन देखो एक टावर की उचाई 10 मीटर है जदों सूरज का उचान कोण कितना है 45 डिग्री तो इस दे परछावे की लंबाई की होगी। एक आपां टावर सानूं दिता होया मान लो असीं एक टावर बना रहे हैं आ साडे कोल एक टावर है। ठीक है बेटा और ये इसका हेठा की बन गया परछावां इस तरीके नाल सानूं दिता होया हेठा उसदा परछावां बन रहा है और ये साडे कोल की सीगा टावर और इस तरीके नाल जदों इहनूं असीं मिलाउने हैं इत्थों हेठा नूं तो आ जिहड़ा साडे कोल एंगल बन रहा है ये बन रहा है 45 डिग्री का ये सानूं उन्होंने कहा होया और जो टावर की लंबाई कितनी है 10 मीटर। ठीक है परछावें की सानूं लंबाई है जी पूछी हुई है। तो जी ट्रायंगल है ए बी सी इस दे विच जे असीं लंब वटा आधार करते हैं आ वैल्यू वटा ए बी वटा बी सी करते हैं
परछावां असीं मान लैने x है। जे असीं 10/x कर दईए लंब बटा आधार, लंब बटा आधार, आ साडे कोले लंब है कोण दे सामने, आ साडे कोले आधार है। ठीक है, लंब बटा आधार किहड़ा थीटा हुंदा बेटा tan, और कितना डिग्री बनूगा tan 45 डिग्री। tan 45 डिग्री कितना हुंदा 1 हुंदा, यानी 1/1 क्रॉस मल्टीप्लाई कर दो तो x की वैल्यू कितनी आ गई 10। तो जो 45 डिग्री का बेटा कोण हुंदा, इस गल नूं याद रखो, जिन्नी हाइट हुंदी है उन्ना ही परछावां हुंदा है। ठीक है, तो ये साडा की है राइट आंसर है। अगे अगला क्वेश्चन साडे कोले हैगा, एक डंडे अते इस दे परछावें दी लंबाई का अनुपात दिता हुआ है 1 अनुपात कितना है वर्गमूल 3। तो सूरज का कहते उचान कोण कितना, उल्टा हो गया। पहले वाले क्वेश्चन के उचान कोण दिता हुआ सानू परछावें की लंबाई पूछे हुए सी, इत्थे सानू दोनों की उचाई तो यानी परछावें की लंबाई का अनुपात दिता हुआ कोण सानू पूछा हुआ। तो आप एक डायग्राम बनाने ताकि सानू क्लीयर हो जाए। ये साडे कोल एक ट्रायंगल बन गई उस तरह जिवें आपां पहलां बनाई सी। ठीक है, हुण तुसीं देखो जिहड़ी साडे कोले एक डंडे अते इस दे परछाई का जिहड़ा अनुपात है कितना दिता होया, परछावें का अनुपात 1 अनुपात वर्गमूल 3, यानी जिहड़ा साडे कोले डंडा है जो 1 मीटर है तो वह परछावां कितना वर्गमूल 3 है। असीं ये कह सकते हैं आ साडे कोले हाइट है ट्रायंगल ABC दे विच, लंब है जिहड़ा, और आधार है जिहड़ा ये परछावां है। ठीक है, तो 1 अनुपात वर्गमूल 3 ये दसदा है जे साडे कोले डंडे की जिहड़ी उचाई 1 मीटर है तो वह जिहड़ा परछावां कितना है वर्गमूल 3 मीटर है। ठीक है, तो सानू उस तरीके नाल जे आपां 1/वर्गमूल 3 लगा लैने हैं, लंब बटा आधार लगा लैने, ये लंब है साडे कोले, हेठां आधार है, तो आ कोण असीं कढना उचान कोण। लंब बटा आधार की हुंदा है tan थीटा, tan C लिख दांगे असीं। तो 1/वर्गमूल 3 कदों हुंदा tan 60 डिग्री ते, सॉरी 30 डिग्री ते, किन्ने ते हुंदा है 30 डिग्री ते, 60 डिग्री ते हुंदा है कल्ला स्केयर रूट 3। 1/वर्गमूल 3 कितने डिग्री ते हुंदा है 30 डिग्री ते। तो पहला ऑप्शन साडा की है राइट आंसर है। तो अगे नैक्सट क्वेश्चन, दिते गए बाहरी बिंदु तो P तो एक P पॉइंट है उस तो 2 स्पर्श रेखावां खिंचियां हुई हैं PA और PB, CD एक साडे कोले होर स्पर्श रेखा है E बिंदु ते उसे चक्कर दी, अते PA बराबर कितना दिता होया 16 सेंटीमीटर। तो ट्रायंगल PCD है उसका जिहड़ा घेरा वो पता करना है। बिल्कुल आसान क्वेश्चन है, 28 आंसर है बेटा, तो सीधा ही पता लग गया किमें लग्या। देखो तुहानूं शॉर्टकट ही दसदे हैं, बिल्कुल इन डायग्राम नूं आपां क्लोज करते हैं, इत्थों ही पता लग जूगा। देखो आ साडे कोल जिहड़ी AP सी ना सारी A तो लैके P तक, ये सानूं उन्होंने कहा होया है ये 14 सेंटीमीटर है। ठीक है, उस तो बाद इस तरह साडे कोल जिहड़ी PB है ये भी कितनी है 14 सेंटीमीटर। बाहरले बिंदु तो खिंचियां स्पर्श रेखावां की हुंदियां बराबर। हुण देखो जिहड़ा D पॉइंट है, D पॉइंट तो जिहड़ी साडे कोले एक DE स्पर्श रेखा है और एक BD स्पर्श रेखा ये बराबर है। मान लेने जी आ X है तो आ भी X ही है। ठीक है, इसी तरह जे AC आ Y है आ भी Y है। हुण साडे कोले जिहड़ी AP सी सारी 14 सी, उस दे विचों AC Y है तो इधर कितनी बच गई 14 माइनस Y। इसी तरह आ कितनी बच गई PD 14 माइनस X। सारी 14 सी ना, P तो लैके B तक सारी कितनी सी 14, ਉਹਦੇ ਵਿੱਚੋਂ ਆ x ਕੱਢ ਦਈਏ ਤਾਂ ਕਿੰਨੀ ਬਚ ਗਈ 14 ਮਾਈਨਸ x। ਹੁਣ ਦੇਖੋ ਆ ਜਿਹੜੀ ਟ੍ਰਾਇੰਗਲ ਸੀ ਇਹਦਾ ਅਸੀਂ ਕੀ ਦੇਖਣਾ ਸੀਗਾ, ਪੈਰੀਮੀਟਰ ਦੇਖਣਾ ਸੀ, ਘੇਰਾ ਦੇਖਣਾ ਸੀ ਕਿੰਨਾ, ਤਾਂ ਕਿੰਨਾ ਆ ਗਿਆ ਦੇਖੋ 14 ਮਾਈਨਸ y प्लस y फिर x फिर 14 माइनस x। सारे जोड़ो, पहली भुजा आ वाली 14 माइनस y, दूसरी भुजा की है y तो x, आ दोनों जोड़ y तो x। ठीक है, पहली भुजा दूसरी भुजा तीसरी भुजा, x नाल x कट गया, y नाल y कट गया, एक प्लस है एक माइनस है, तो 14 तो 14 कितना आ गया 28 सेंटीमीटर। तो जोड़े पहले 20 क्वेश्चन है बेटा आप इस पेपर के सॉल्व कर चुके हैं। उम्मीद करते हैं तुहानूं समझ आए होणगे। जे वीडियो वधिया लगती है तो प्लीज़ वीडियो नूं शेयर जरूर करो अपने साथियों नूं, अपने दोस्तों नूं, ताकि सारे स्टूडेंट इस तो फायदा लै सकन। जे चैनल ते पहली बार विजिट कर रहे हो तो चैनल नूं सबसक्राइब जरूर करो और जिहड़ा बैल का नोटिफिकेशन है उसनूं प्रैस कर दो, ताकि जदों भी वीडियो असीं अपलोड करिए तो जिहड़ा उहदा नोटिफिकेशन है वो तुहाडे तक
ਪਹੁੰਚ ਜਾਵੇ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।